ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੇ ਕੁਝ ਮਸਲੇ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਜਿਹੜੀ ਆਟੋ ਵਰਕਰ ਦੀ ਹੜਤਾਲ ਆ ਉਹਦੇ ਬਾਰੇ। ਹਜੇ ਤੱਕ ਜਦੋਂ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਉਦੋਂ ਤੱਕ ਕੋਈ ਵੀ ਗੱਲ ਕਿਸੇ ਸਿਰੇ ਨਹੀਂ ਲੱਗੀ ਸੀ, ਹੜਤਾਲ ਅਜੇ ਜਾਰੀ ਹੈ। ਦੂਜੀ ਗੱਲਬਾਤ, ਮਾਸ ਸ਼ੂਟਿੰਗ ਲਗਾਤਾਰ ਵੱਧ ਰਹੀਆਂ ਅਮਰੀਕਾ ਦੇ ਵਿੱਚ, ਲੱਗਦਾ ਪਿਛਲੇ ਸਾਰੇ ਰਿਕਾਰਡ ਇਸ ਸਾਲ ਦੇ ਵਿੱਚ ਟੁੱਟ ਜਾਣਗੇ। ਅਗਲੀ ਗੱਲਬਾਤ, ਡੋਨਲਡ ਟਰੰਪ ਦਾ ਇੱਕ ਬਿਆਨ ਅਬੋਰਸ਼ਨ ਬੈਨ ਬਾਰੇ, ਉਹ ਚਰਚਾ ਦੇ ਵਿੱਚ ਆ। ਕੀ ਬਿਆਨ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਆਖਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਵੀ ਕੀ ਲੋਕਾਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਦਾ ਰੁਝਾਨ ਘਟ ਰਿਹਾ ਹੈ ਜਾਂ ਇਦਾਂ ਕਹਿ ਲਓ ਜਿੱਦਾਂ ਲੋਕਾਂ ਨੇ ਪਹਿਲਾਂ ਇਲੈਕਟ੍ਰਿਕ ਕਾਰਾਂ ਖਰੀਦਣੀਆਂ ਸ਼ੁਰੂ ਕੀਤੀਆਂ ਸੀ ਹੁਣ ਉਹਨਾਂ ਰੁਝਾਨ ਹੈਗਾ ਜਾਂ ਉਹਦੇ ਵਿੱਚ ਕੋਈ ਗੱਲਬਾਤ ਘਟ ਗਈ ਹੈ। ਇਹ ਗੱਲਬਾਤ ਆਪਾਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਕਰਨੀ ਹੈ। ਸਭ ਤੋਂ ਪਹਿਲੀ ਗੱਲਬਾਤ ਆਟੋ ਵਰਕਰਸ ਦੀ ਸਟ੍ਰਾਈਕ ਬਾਰੇ। ਜਿਹੜੇ ਪ੍ਰੈਜ਼ੀਡੈਂਟ ਨੇ ਯੂਨਾਈਟਿਡ ਆਟੋ ਵਰਕਰਸ ਦੀ, ਉਹਨਾਂ ਨੇ ਕੱਲ ਐਤਵਾਰ ਨੂੰ ਜਿਹੜੀ ਪਬਲਿਕ ਆਫਰ ਦਿੱਤੀ ਸੀ ਜੀਪ ਦੀ ਪੇਰੈਂਟ ਕੰਪਨੀ ਸਟੈਲਟਸ ਨੇ, ਉਹਨੂੰ ਰਿਜੈਕਟ ਕਰ ਦਿੱਤਾ। ਸਟੈਲਟਸ ਉਹ ਕੰਪਨੀਆਂ ਜਿਹੜੀ ਜੀਪ ਬਣਾਉਂਦੀ ਆ, ਇਸ ਤਰੀਕੇ ਨਾਲ ਇਹਨੂੰ ਸੌਖਿਆ ਜਾਣਾ ਜਾ ਸਕਦਾ। ਕੰਪਨੀ ਕਹਿੰਦੀ ਤੁਹਾਡੀ 21% ਤਨਖਾਹ ਵਧਾ ਦਿੰਦੇ ਆ ਅਗਲੇ 4 ਸਾਲਾਂ ਦੇ ਵਿੱਚ ਤੇ ਇਹ ਸਟ੍ਰਾਈਕ ਤੁਸੀਂ ਬੰਦ ਕਰ ਦਿਓ। ਪਰ ਇਹਨਾਂ 3 ਵੱਡੀਆਂ ਕੰਪਨੀਆਂ ਦੇ ਵਿੱਚ ਸਟ੍ਰਾਈਕ ਜਿਹੜੀ ਆ ਤੀਜੇ ਦਿਨ ਦੇ ਵਿੱਚ ਸ਼ੁਰੂ ਹੋ ਗਈ, ਅੱਜ ਚੌਥੇ ਦਿਨ ਦੇ ਵਿੱਚ, ਤੇ ਉਹਨਾਂ ਨੇ ਯੂਨਾਈਟਿਡ ਆਟੋ ਵਰਕਰ ਨੇ ਰਿਜੈਕਟ ਕਰ ਦਿੱਤੀ ਕਿ 21% ਨਾਲ ਸਾਡੀ ਗੱਲ ਨਹੀਂ ਬਣਦੀ, ਸਾਡੇ ਖਰਚੇ ਨਹੀਂ ਪੂਰੇ ਹੁੰਦੇ, ਤਨਖਾਹਾਂ ਹੋਰ ਵਧਾਈਆਂ ਜਾਣ ਜਾਂ ਘੱਟੋ ਘੱਟ ਜਿੰਨੀ ਤੁਸੀਂ ਕਮਾਈ ਕਰਦੇ ਆ ਉਹਦਾ ਕੁਛ ਹਿੱਸਾ ਵਰਕਰਾਂ ਨੂੰ ਵੀ ਦਿੱਤਾ ਜਾਵੇ। ਇਹ ਜ਼ਿਆਦਾ ਤਨਖਾਹ ਦੀ ਮੰਗ ਕਰ ਰਿਹਾ। ਜਿਹੜਾ ਹੁਣ ਦੱਸਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਸਟੈਲਟਸ ਆ, ਜਿਹੜੀ ਨੀਦਰਲੈਂਡ ਦੇ ਵਿੱਚ ਬੇਸਡ ਆ ਤੇ 21 ਦੇ ਵਿੱਚ ਬਣੀ ਸੀ, ਇਹ ਜਿਹੜੀ ਫੀਐਟ ਕ੍ਰਾਈਸਲਰ ਆ ਉਹਦਾ ਤੇ ਫਰਾਂਸ ਦੀ ਪਿਗਟ ਦਾ ਮਰਜਰ ਹੋਇਆ ਸੀ। ਇਹਨਾਂ ਦੋਵਾਂ ਦੇ ਮਰਜਰ ਤੋਂ ਬਾਅਦ ਇਹ ਕੰਪਨੀ ਬਣੀ ਸੀ। ਇਹਨੇ ਇਹ ਕਿਹਾ ਆ ਕਿ ਯੂਨੀਅਨ ਨੂੰ ਅਸੀਂ ਹਾਈਲੀ ਕੰਪੀਟੀਟਿਵ ਜਿਹੜੇ 21% ਵੇਜ ਵੱਧ ਇਨਕਰੀਜ਼ ਆ ਉਹ ਦੇ ਰਹੇ ਹਾਂ। ਯੂਨੀਅਨ ਕਹਿੰਦੀ ਆ ਕਿ ਜਿਹੜੇ ਇਹ ਮਤਲਬ ਜਿਹੜੇ ਜਿੰਨਾ ਕੁ ਬਣਦਾ ਆ ਇਹਨਾਂ ਦਾ ਉਹਨਾਂ ਦੇਣਾ ਚਾਹੀਦਾ ਆ ਸਾਨੂੰ। ਦੂਜੇ ਪਾਸੇ ਜਿਹੜੇ ਹੈਗੀ ਆ ਫੋਰਡ ਦੇ ਨਾਲ ਤੇ ਜਿਹੜੀ GM ਆ ਉਹਨਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ। ਦੋਵੇਂ ਕੰਪਨੀਆਂ ਨੇ 20% ਦੇ ਨੇੜੇ ਤੇੜੇ ਵਾਧਾ ਅਗਲੇ 4 ਸਾਲਾਂ ਦੇ ਵਿੱਚ ਆਫਰ ਕੀਤਾ, ਜਨਰਲ ਮੋਟਰਸ ਨੇ ਵੀ ਤੇ ਫੋਰਡ ਨੇ ਵੀ, ਪਰ ਯੂਨੀਅਨ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹੋ ਰਹੀ। ਕੱਲ ਸਵੇਰੇ ਯੂਨਾਈਟਿਡ ਆਟੋ ਵਰਕਰ ਦੇ ਪ੍ਰੈਜ਼ੀਡੈਂਟ ਸ਼ੌਨ ਫੇਨ ਉਹਨਾਂ ਨੇ ਇਹ ਕਿਹਾ ਆ ਕਿ ਸਟੈਲਟਸ ਤੇ 21% ਆਫਰ ਤੇ ਦੂਜੀਆਂ ਟਰਮ ਜਿਹੜੀਆਂ ਇਹਨਾਂ ਨੇ ਪ੍ਰੈਜ਼ੈਂਟ ਕੀਤੀਆਂ ਸਾਡੇ ਸਾਹਮਣੇ, ਅਸੀਂ ਨਹੀਂ ਸਮਝਦੇ ਵੀ ਇਹ ਸਫੀਸ਼ੀਐਂਟ ਹੈਗੀਆਂ ਆ ਤੇ ਇਸ ਕਰਕੇ ਸਟ੍ਰਾਈਕ ਲਗਾਤਾਰ ਜਾਰੀ ਰਹੂਗੀ। ਉਹ ਕਹਿੰਦੇ ਇਹਦੇ ਨਾਲ ਗੱਲ ਨਹੀਂ ਬਣਨੀ, ਇਹ ਇਸ ਤਰੀਕੇ ਦੇ ਨਾਲ ਹੀ ਹੁੰਦਾ। ਇਹ 21% ਦਿੰਦੇ ਆ ਤੇ ਜਿਹੜੇ ਆਪਣੇ ਇਹ ਵਰਕਰ ਨੇ 40% ਮੰਗ ਰਹੇ ਆ ਕਿ ਸਾਡੀ 40% ਤਨਖਾਹ ਵਧਾਈ ਜਾਵੇ। ਹਾਲਾਂਕਿ 40% ਸੁਣਨ ਨੂੰ ਬਹੁਤ ਜ਼ਿਆਦਾ ਲੱਗਦੀ ਆ, ਪਰ ਉਹ ਕਹਿੰਦੇ ਸਾਡੇ ਕੋਲ ਰੀਜ਼ਨ ਆ 40% ਤਨਖਾਹ ਵਧਾਉਣ ਦਾ, ਕਿਉਂਕਿ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ CEO ਦੀ ਪੇ ਆ, CEO ਦੀ ਤਨਖਾਹ ਆ ਉਹ 40% ਤੋਂ ਉੱਤੇ ਵਧੀ ਆ ਤੇ ਸਾਡੀ ਕਿਉਂ ਨਾ ਵਧੇ। ਜਿਹੜੇ 12,700 ਯੂਨਾਈਟਿਡ ਆਟੋ ਮੈਂਬਰਸ ਨੇ, ਯਾਨੀ ਕਿ 8% ਯੂਨੀਅਨ ਦੇ ਆਟੋ ਵਰਕਰਸ ਦਾ ਸਟ੍ਰਾਈਕ ਦੇ ਉੱਤੇ ਗਏ ਸੀ ਫਰਾਈਡੇ ਨੂੰ, ਜਦੋਂ ਇਹ ਮੰਗਾਂ ਇਹਨਾਂ ਦੀਆਂ ਬੜੀਆਂ ਸਪਸ਼ਟ ਨੇ। ਇੱਕ ਤਾਂ ਕਹਿੰਦੇ ਤਨਖਾਹ ਵਧਾਓ, ਦੂਜਾ ਇਹ ਕਹਿੰਦੇ ਸਾਨੂੰ ਇਕੁਅਲ ਟ੍ਰੀਟਮੈਂਟ ਦਿੱਤੀ ਜਾਵੇ, ਬਰਾਬਰ ਦੇ ਹੱਕ ਦਿੱਤੇ ਜਾਣ, ਤੀਜਾ ਇਹ ਕਹਿੰਦੇ ਆ ਕਿ ਬੈਨੀਫਿਟ ਦਿੱਤੇ ਜਾਣ ਟੈਂਪਰੇਰੀ ਵਰਕਰਸ ਨੂੰ, ਤੇ ਜਿਹੜੇ ਸਾਰਾ ਸਾਲ ਉਹਨਾਂ ਨੂੰ ਜਿਹੜਾ ਇਹਦਾ ਯਕੀਨੀ ਬਣਾਇਆ ਜਾਵੇ। ਪਹਿਲੀ ਵਾਰੀ ਆ ਯੂਨਾਈਟਿਡ ਆਟੋ ਵਰਕਰਸ ਸਟ੍ਰਾਈਕ ਦੇ ਉੱਤੇ ਗਏ ਆ 3 ਅਮਰੀਕਾ ਦੀਆਂ ਸਭ ਤੋਂ ਵੱਡੀਆਂ ਕਾਰ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ, ਤੇ ਇਹ ਆਪਣੇ ਆਪ ਦੇ ਵਿੱਚ ਇਤਿਹਾਸਿਕ ਘਟਨਾ ਦੱਸੀ ਜਾ ਰਹੀ ਆ। ਸਟ੍ਰਾਈਕ ਉਸ ਵੇਲੇ ਹੋਈ ਆ ਜਦੋਂ ਅਨਐਮਪਲੋਇਮੈਂਟ ਜਿਹੜੀ ਬੇਰੁਜ਼ਗਾਰੀ ਦਰ ਆ ਅਮਰੀਕਾ ਦੇ ਵਿੱਚ ਉਹ ਸਭ ਤੋਂ ਘੱਟ ਆ। ਤੇ ਪਰ ਇਹ ਆ ਜਦੋਂ ਬੇਰੁਜ਼ਗਾਰੀ ਦਰ ਸਭ ਤੋਂ ਘੱਟ ਹੋਵੇ, ਮਤਲਬ ਕੰਮ ਸਾਰਿਆਂ ਨੂੰ ਮਿਲਿਆ, ਬੇਰੁਜ਼ਗਾਰ ਬੰਦੇ ਹੀ ਹੈ ਨਹੀਂ, ਉਸ ਵੇਲੇ ਸਟ੍ਰਾਈਕ ਤੇ ਜਾਣਾ ਵਰਕਰਾਂ ਦੇ ਹੱਕ ਵਿੱਚ ਹੁੰਦਾ। ਕਿਉਂਕਿ ਜੇ ਬੰਦੇ ਹੀ ਹੈ ਨਹੀਂ ਤਾਂ ਫਿਰ ਕੁਦਰਤੀ ਆ ਵੀ ਕੰਪਨੀ ਵੀ ਕਿਸੇ ਨੂੰ ਹੋਰ ਹਾਇਰ ਨਹੀਂ ਕਰ ਸਕਦੀ, ਉਸ ਵੇਲੇ ਆਪਣੀਆਂ ਮੰਗਾਂ ਮਨਾਈਆਂ ਜਾ ਸਕਦੀਆਂ ਹੁੰਦੀਆਂ। ਤੇ ਉਹੀ ਕੁਛ ਇਹ ਕਰ ਰਹੇ ਆ ਆਟੋ ਵਰਕਰਸ ਜਿਹੜੇ ਆ, ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਮੰਗਾਂ ਮਨਾਉਣ ਦਾ ਯਤਨ ਕਰ ਰਹੇ ਆ। ਇਹਦੇ ਨਾਲ ਕੁਛ ਜਿਹੜੇ ਪਲਾਂਟਸ ਆ ਉਹਨਾਂ ਦੇ ਉੱਤੇ ਅਸਰ ਪਿਆ ਆ ਤੇ ਯੂਨੀਅਨ ਪ੍ਰਪੇਅਰਡ ਆ ਇਸ ਗੱਲ ਦੇ ਲਈ ਕਿ ਜੋ ਕੁਛ ਵੀ ਇਹਨਾਂ ਨੂੰ ਕਰਨਾ ਪੈਂਦਾ ਆ ਕੰਮ ਨੂੰ ਰੋਕਣ ਦੇ ਲਈ ਉਹ ਕਰਨਗੇ। ਉਹ ਕਹਿੰਦੇ ਜੇ ਸਾਨੂੰ ਬੈਟਰ ਆਫਰ ਨਾ ਦਿੱਤੀ ਗਈ ਤੇ ਸਾਡੇ ਨਾਲ ਬੈਠ ਕੇ ਗੱਲਬਾਤ ਨਾ ਕੀਤੀ ਗਈ ਤਾਂ ਅਸੀਂ ਇਹਦੇ ਤੋਂ ਵੀ ਵੱਧ ਕੁਛ ਕਰਾਂਗੇ। ਉਹਨਾਂ ਦੇ ਪ੍ਰੈਜ਼ੀਡੈਂਟ ਨੇ ਇਹ ਗੱਲਬਾਤ ਦੱਸੀ ਆ। ਹੁਣ ਰੌਲਾ ਇਹ ਆ, ਉਹ ਕਹਿੰਦੇ ਵੀ ਕੰਪਨੀਆਂ ਜਾਂ ਤਾਂ ਇਹ ਹੁਣ ਵੀ ਕੰਪਨੀਆਂ ਘਾਟੇ ਦੇ ਵਿੱਚ ਆ ਤੇ ਅਸੀਂ ਮੰਨ ਲਈਏ ਕੰਪਨੀਆਂ ਤੇ ਪੈਸੇ ਬਹੁਤ ਬਣਾ ਰਹੀਆਂ। ਜਿਹੜਾ ਪ੍ਰੈਜ਼ੀਡੈਂਟ ਫਲੇਨ ਆ ਉਹਦਾ ਕਮੈਂਟ ਸੀਗਾ
कि जिहड़ी नैगोशिएशन आ ਉਹਦਾ कोई ਨੈਗੋਸ਼ੀਏਸ਼ਨ ਦੇ ਨਾਲ ਕੋਈ ਗੱਲਬਾਤ ਨਿਕਲੂਗੀ। यूनीयन ਕਹਿੰਦੀ ਆ कि 36% रेस ਦਿਓ 4 ਸਾਲਾਂ ਦੇ ਵਿੱਚ 4 ਦਿਨ ਹਫ਼ਤੇ 'ਚ ਕੰਮ ਹੋਵੇ ਤੇ ਜਿਹੜੇ ਡਿਫਾਈਨਡ ਬੈਨੀਫਿਟ ਜਿਹੜੇ ਪੈਨਸ਼ਨਸ ਹੋਣ ਤੇ ਕੰਪਨੀ ਫਾਈਨਾਂਸਡ ਹੈਲਥ ਕੇਅਰ ਹੋਵੇ ਜਿਹੜੀ ਰਿਟਾਇਰਮੈਂਟ ਦੇ ਵੇਲੇ। ਮੁੱਖ ਮੰਗਾਂ ਇਹ ਨੇ। ਹੁਣ ਇਹ ਸਾਰੀਆਂ ਮੰਗਾਂ ਭਾਵੇਂ ਬਹੁਤ ਜ਼ਬਰਦਸਤ ਨੇ ਪਰ ਦੇਖੋ ਮੰਨਦੇ ਆ ਜਾਂ ਨਹੀਂ ਮੰਨਦੇ। ਜਿਹੜੇ ਆਟੋ ਮੇਕਰਸ ਨੇ ਉਹ ਕਹਿ ਰਹੇ ਆ ਕਿ ਅਸੀਂ ਜਿੰਨੇ ਵੱਧ ਤੋਂ ਵੱਧ ਕਿ ਪਹਿਲਾਂ ਇੰਨੇ ਰੇਟ ਕਦੇ ਦਿੱਤੇ ਹੀ ਨਹੀਂ ਗਏ ਜਿੰਨੇ ਅਸੀਂ ਦੇ ਰਹੇ ਹਾਂ ਤੇ ਤੁਹਾਡੀਆਂ ਜਿਹੜੀਆਂ ਉਹ ਕਹਿੰਦੇ ਮੰਗਾਂ ਆ ਅਸੀਂ ਇਹਨਾਂ ਦੇ ਨਾਲ ਸਹਿਮਤ ਨਹੀਂ ਹੋ ਸਕਦੇ ਵੀ ਇੰਨਾ ਅਸੀਂ ਨਹੀਂ ਕਰ ਸਕਦੇ। ਬਾਰਗੇਨਿੰਗ ਹਜੇ ਵੀ ਚੱਲ ਰਹੀ ਹੈ ਇਹਨਾਂ ਦੇ ਨਾਲ। ਅੱਜ ਫੇਰ ਸਾਰਾ ਦਿਨ ਇਹਨਾਂ ਦੀ ਇਸ ਮਾਮਲੇ ਦੇ ਉੱਤੇ ਬਾਰਗੇਨਿੰਗ ਚੱਲੀ ਆ। ਫੋਰਡ ਦੇ GM ਜਿਹੜੇ ਆ ਉਹਨਾਂ ਨੇ ਇਸ ਮਾਮਲੇ ਤੇ ਹਾਲਾਂਕਿ ਕੋਈ ਕਮੈਂਟ ਨਹੀਂ ਕੀਤਾ ਪਰ ਇਹ ਗੱਲਬਾਤ ਇਸ ਵੇਲੇ ਜਿਹੜੀ ਅੱਗੇ ਚੱਲ ਰਹੀ ਆ। ਵੀਕਐਂਡ ਦੇ ਉੱਤੇ ਵਰਕਰ ਇਕੱਠੇ ਹੋਏ ਸੀ ਪਿਕਟ ਲਾਈਨ ਦੇ ਉੱਤੇ ਪਲਾਂਟਸ ਜਿੱਥੇ ਯੂਨਾਈਟਿਡ ਆਟੋ ਵਰਕਰ ਨੇ ਸਟ੍ਰਾਈਕ ਸ਼ੁਰੂ ਕੀਤੀ ਸੀ ਤੇ ਹੁਣ ਉਸੇ ਥਾਂ ਦੇ ਉੱਤੇ ਇਹਨਾਂ ਦੀ ਸਟ੍ਰਾਈਕ ਜਿਹੜੀ ਐਸੇ ਤਰੀਕੇ ਦੇ ਨਾਲ ਚੱਲ ਰਹੀ ਆ। ਵਰਕਰ ਇਹ ਕਹਿ ਰਹੇ ਆ ਕਿ ਜਿਹੜਾ ਇੱਕ ਅਮਰੀਕਨ ਡ੍ਰੀਮ ਕਹਿੰਦੇ ਆ ਅਸੀਂ ਉਹ ਅਮਰੀਕਨ ਡ੍ਰੀਮ ਪੂਰਾ ਹੀ ਨਹੀਂ ਹੋ ਸਕਦਾ ਜਿੰਨੀ ਸਾਨੂੰ ਤਨਖਾਹ ਮਿਲਦੀ ਆ ਵੀ ਸਾਡਾ ਘਰ ਇੱਕ ਚੰਗੀ ਸੋਹਣੀ ਰਿਟਾਇਰਮੈਂਟ ਤੇ ਹੈਲਥ ਬੈਨੀਫਿਟ। ਉਹ ਕਹਿੰਦੇ ਹੋ ਹੀ ਨਹੀਂ ਸਕਦਾ ਪੂਰਾ ਜੋ ਕੋਈ ਸਾਨੂੰ। ਇਹ ਤਾਂ ਸਾਡੇ ਜਿੰਨੀ ਤਨਖਾਹ ਇਹਨਾਂ ਨਾਲ ਤੇ ਸਾਡੇ ਦਾਦਿਆਂ ਦੇ ਵੇਲੇ ਦੇ ਵਿੱਚ ਇਹ ਜਿਹੜਾ ਹੁੰਦਾ ਸੀ ਵੀ ਉਹ ਘਰ ਲੈ ਸਕਦੇ ਸੀ ਤੇ 2 ਕਾਰਾਂ ਰੱਖ ਸਕਦੇ ਸੀ ਤੇ ਆਪਣੇ ਨਿਆਣਿਆਂ ਨੂੰ ਕਾਲਜ ਤੱਕ ਪੜ੍ਹਾ ਸਕਦੇ ਸੀ ਇੱਕ ਆਟੋ ਵਰਕਰ ਦੀ ਸੈਲਰੀ ਦੇ ਨਾਲ। ਹੁਣ ਇਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਨਾ ਤਾਂ ਆਪਣੇ ਨਿਆਣੇ ਪੜ੍ਹਾ ਸਕਦਾ, ਨਾ ਘਰ ਲੈ ਸਕਦਾ ਤੇ ਨਾ 2 ਕਾਰਾਂ ਰੱਖ ਸਕਦਾ। ਜਿਹੜੇ ਇਹ ਕਈ ਲੋਕਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਆ। $24-25 ਦੇ ਉੱਤੇ ਉਹ ਕਹਿੰਦੇ ਕੰਮ ਕਰਦੇ ਆ ਤੇ ਸਾਨੂੰ ਤੇ ਇਹ ਵਾਪਸ ਮਤਲਬ ਵੀ ਜਦੋਂ ਉਹਦਾ ਇੱਕ ਵਿਅਕਤੀ ਨੇ ਆਪਣੀ ਗੱਲ ਦੱਸੀ ਕਹਿੰਦਾ ਮੇਰਾ ਡਾਈਵੋਰਸ ਹੋ ਗਿਆ, ਮੈਨੂੰ ਮੁੜ ਕੇ ਆਪਣੇ ਪੇਰੈਂਟਸ ਦੇ ਘਰ ਦੇ ਵਿੱਚ ਜਾਣਾ ਪਿਆ, ਅਸੀਂ ਅਫੋਰਡ ਹੀ ਨਹੀਂ ਕਰ ਸਕਦੇ $24 ਦੇ ਨਾਲ ਕਿ ਖਰਚੇ ਜਿੰਨੇ ਖਰਚੇ ਆ ਪੇ ਚੈੱਕ ਟੂ ਪੇ ਚੈੱਕ ਸਾਰਾ ਕੁਝ ਚੱਲ ਰਿਹਾ। ਇੱਕ ਪਾਸੇ ਤਨਖਾਹ ਆਉਂਦੀ ਆ ਤੇ ਦੂਜੇ ਪਾਸੇ ਉਸੇ ਤਰ੍ਹਾਂ ਫੜਾ ਦਿੰਦੇ ਆ ਖਰਚਿਆਂ ਦੇ ਵਿੱਚ। ਸੋ ਹੁਣ ਇਲੈਕਸ਼ਨ ਵੀ 24 ਦੇ ਵਿੱਚ ਨੇੜੇ ਆ ਔਰ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਸਟੇਟਸ ਦਾ ਰੌਲਾ ਸਿੱਧਾ ਹੁੰਦਾ ਵੀ ਕੁਝ ਕੰਜ਼ਰਵੇਟਿਵ ਦੀਆਂ ਤੇ ਕੁਝ ਜਿਹੜੀਆਂ ਉਹ ਡੈਮੋਕ੍ਰੇਟਸ ਦੀਆਂ। ਜਿਹੜੀਆਂ ਬੈਟਲ ਗਰਾਊਂਡ ਸਟੇਟਸ ਨੇ ਉਹਨਾਂ ਦੇ ਵਿੱਚ ਹੁਣ ਗੱਲਬਾਤ ਜ਼ਿਆਦਾ ਆ। ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਪੋਲੀਟੀਸ਼ੀਅਨਸ ਦੀ ਦੋਵੇਂ ਪਾਰਟੀਆਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਤੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਡੋਨਲਡ ਟਰੰਪ ਜਿਹੜੇ ਫਰੰਟ ਰਨਰ ਨੇ ਦੋਵੇਂ ਇਹਦੇ ਵਿੱਚ ਰਿਪਬਲਿਕਨ ਕੰਟੈਕਸਟ ਦੇ ਵਿੱਚ ਉਹ ਇਹਦੇ ਵਿੱਚ ਆਪਣੀ ਅਪਰੋਚ ਬਣਾ ਰਹੇ ਆ। ਬਾਈਡਨ ਨੇ ਇਹ ਕਿਹਾ ਕਿ ਆਟੋ ਮੇਕਰਸ ਨੇ ਜਿਹੜੇ ਮਾਲਕ ਨੇ ਕੰਪਨੀਆਂ ਦੇ ਉਹਨਾਂ ਨੂੰ ਜਿਹੜੀ ਰਿਕਾਰਡ ਕਾਰਪੋਰੇਟ ਪ੍ਰੋਫਿਟ ਉਹਨੂੰ ਮੈਚ ਕਰਨਾ ਚਾਹੀਦਾ ਰਿਕਾਰਡ ਕੰਟਰੈਕਟਸ ਦੇ ਨਾਲ। ਜਿਹੜੇ ਟਰੰਪ ਆ ਇਹਨਾਂ ਨੇ ਯੂਨਾਈਟਿਡ ਆਟੋ ਵਰਕਰਸ ਦੇ ਪ੍ਰੈਜ਼ੀਡੈਂਟ ਨੂੰ ਕ੍ਰਿਟਿਸਾਈਜ਼ ਕੀਤਾ। ਬਾਈਡਨ ਨੇ ਇਹ ਕਿਹਾ ਸ਼ੁੱਕਰਵਾਰ ਨੂੰ ਇਹ ਕਿਹਾ ਸੀ ਕਿ 2 ਆਪਣੇ ਜਿਹੜੇ ਉਹਨਾਂ ਦੇ ਸੀਨੀਅਰ ਐਡਵਾਈਜ਼ਰਸ ਨੇ ਉਹ ਵਿੱਚ ਪਾ ਕੇ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਡੀਲ ਡਨ ਕਰਾਉਣ ਦੀ ਕੋਸ਼ਿਸ਼ ਕਰ ਰਹੇ। ਜਿਹੜੇ ਮਿਡ ਵੈਸਟ ਸਟੇਟਸ ਨੇ ਜਿੱਥੇ ਆਟੋ ਪਲਾਂਟਸ ਨੇ ਔਰ ਬਹੁਤ ਕਨਸੈਂਟਰੇਟਡ ਨੇ ਇਹ ਰਵਾਇਤੀ ਤੌਰ ਦੇ ਉੱਤੇ। ਮਿਸ਼ੀਗਨ ਇਹਨੂੰ ਮੰਨਿਆ ਜਾ ਰਿਹਾ ਕਿ ਕੀ ਬੈਟਲ ਗਰਾਊਂਡ ਆ ਇਹ 2024 ਦੀ ਇਲੈਕਸ਼ਨ ਦੇ ਵਿੱਚ ਤੇ ਇੱਥੇ ਹੁਣ ਇਹਦਾ ਅਸਰ ਵੀ ਕੁਦਰਤੀ ਆ ਵੀ ਸਿੱਧਾ ਪੈਣਾ ਹੀ ਆ। ਸੋ ਇਹ ਕੀ ਹੁੰਦਾ ਇਹਦੇ ਵਿੱਚ ਅੱਗੇ ਟਰੰਪ ਤੇ ਦੂਜੇ ਜਿਹੜੇ ਰਿਪਬਲਿਕਨ ਨੇ ਉਹ ਡੈਮੋਕ੍ਰੈਟਸ ਨੂੰ ਕ੍ਰਿਟਿਸਾਈਜ਼ ਕਰ ਰਹੇ ਆ ਕਿ ਇਹ ਦੇਸ਼ ਨੂੰ ਇਲੈਕਟ੍ਰਿਕ ਵਹੀਕਲਸ ਦੇ ਵੱਲੋਂ ਪੁਸ਼ ਕਰ ਰਹੇ ਆ ਤੇ ਜਿਹੜੇ ਯੂਨਾਈਟਿਡ ਸਟੇਟਸ ਦੇ ਵਿੱਚ ਬਣਦੇ ਹੀ ਨਹੀਂ ਆ। ਡੈਮੋਕ੍ਰੈਟਸ ਇਹ ਕਹਿੰਦੇ ਆ ਕਿ ਕੰਪਨੀਆਂ ਨੂੰ ਹੁਣ ਰੀਕਨਸੀਡਰ ਕਰਨਾ ਪਊਗਾ ਆਪਣੇ ਵਰਕਰਸ ਨੂੰ ਕਿ ਕਲਾਈਮੇਟ ਫਰੈਂਡਲੀ ਕਾਰ ਲੈ ਕੇ ਆਓ ਤਾਂ ਬਚ ਸਕਦੇ ਆ। ਸੋ ਇਹ ਮਾਮਲਾ ਜਿਹੜਾ ਥੋੜਾ ਜਿਹਾ ਗੁੰਝਲਦਾਰ ਆ। ਜਿਹੜੇ 3 ਵੱਡੇ ਆਟੋ ਮੇਕਰਸ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਗੱਲਬਾਤ ਚੱਲ ਰਹੀ ਆ। ਇਹ ਸਟ੍ਰਾਈਕ ਦਾ ਅਸਰ ਕਿੱਥੇ ਹੁੰਦਾ ਆ ਜੇ ਦੂਜੇ ਪਾਸੇ ਜਿਹੜੇ ਇਲੈਕਟ੍ਰਿਕ ਵਹੀਕਲ ਦੀ ਪ੍ਰੋਡਕਸ਼ਨ ਆ ਇਹਦਾ ਸਿੱਧਾ ਫਾਇਦਾ ਕਿਹਨੂੰ ਹੁੰਦਾ? ਕੁਦਰਤੀ ਤੌਰ ਤੇ ਟੈਸਲਾ ਨੂੰ ਹੁੰਦਾ ਆ ਤੇ ਇਹਨੂੰ ਜਿਹੜਾ ਕੰਪੀਟੀਸ਼ਨ ਆ ਉਹ ਵੀ ਉੱਥੋਂ ਮਿਲ ਰਿਹਾ ਆ ਇਸ ਗੱਲਬਾਤ ਦੇ ਉੱਤੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮਸਲਾ ਨਾ ਹੱਲ ਹੋਇਆ ਤਾਂ ਕਈ ਬਿਲੀਅਨ ਡਾਲਰ ਦਾ ਨੁਕਸਾਨ ਓਵਰਆਲ ਅਮਰੀਕਾ ਦਾ ਇਹਦੇ ਵਿੱਚ ਹੋਏਗਾ। ਅਗਲੀ ਗੱਲਬਾਤ ਦੋਸਤੋ ਯੂਨਾਈਟਿਡ ਸਟੇਟਸ ਦੇ ਵਿੱਚ ਮਾਸ ਸ਼ੂਟਿੰਗਸ ਬਾਰੇ ਆ। 2023 ਦੇ ਵਿੱਚ ਜਿਹੜਾ ਹੁਣ ਤੱਕ ਜਿਹੜੀਆਂ ਮਾਸ ਸ਼ੂਟਿੰਗਸ ਨੇ 500 ਨੂੰ ਪਾਸ ਕਰ ਚੁੱਕੀਆਂ ਆ। ਜਿਹੜਾ ਗਨ ਵਾਇਲੈਂਸ ਆਰਕਾਈਵ ਦਾ ਡਾਟਾ ਹੈ ਉਹ ਦੱਸ ਰਿਹਾ ਹੈ ਇਸ ਮਹੀਨੇ ਦੇ ਵਿੱਚ ਹੀ 500 ਦੇ ਅੰਕੜੇ ਨੂੰ ਪਾਰ ਕਰਨ ਦਾ ਮਤਲਬ ਆ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ। ਕੱਲ ਜਾਣੀ ਕਿ ਐਤਵਾਰ ਤੱਕ ਗਨ ਵਾਇਲੈਂਸ ਆਰਕਾਈਵ ਨੇ 501 ਮਾਸ ਸ਼ੂਟਿੰਗ ਰਿਪੋਰਟ ਕੀਤੀਆਂ 2023 ਦੇ ਵਿੱਚ। ਜਿਹੜੀ ਡੈਨਵਰ ਕੋਲੋਰਾਡੋ ਦੇ ਵਿੱਚ ਸ਼ੂਟਿੰਗ ਹੋਈ ਆ ਸੈਟਰਡੇ ਨਾਈਟ ਨੂੰ 500th ਇਹ ਸ਼ੂਟਿੰਗ ਸੀਗੀ ਸਾਲ ਦੀ। ਡੈਨਵਰ ਪੁਲਿਸ ਡਿਪਾਰਟਮੈਂਟ ਦੇ ਅਨੁਸਾਰ ਸ਼ੂਟਿੰਗ ਦੇ ਵਿੱਚ 4 ਜਣਿਆਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ। 5ਵਾਂ ਜਿਹੜਾ ਆ ਬਾਅਦ ਦੇ ਵਿੱਚ ਡਿਸਕਵਰ ਕੀਤਾ ਗਿਆ
ਸਾਰੇ ਜਿਹੜੇ ਹੈਗੇ ਇਹਨਾਂ ਮਤਲਬ ਬਚ ਗਏ ਆ ਸਾਰੇ, ਕਿਸੇ ਦੀ ਮੌਤ ਨਹੀਂ ਹੋਈ, ਕੋਈ ਅਰੈਸਟ ਨਹੀਂ ਇਸ ਮਾਮਲੇ ਦੇ ਵਿੱਚ ਹੋਇਆ। ਅੱਜ ਸ਼ਾਮ ਤੱਕ, ਅੱਜ ਸਵੇਰ ਤੱਕ ਜਿਹੜਾ ਕੋਈ ਵੀ ਅਰੈਸਟ ਹਜੇ ਤੱਕ ਨਹੀਂ ਹੋਈ ਸੀ। ਸੋ ਜਿਹੜੀ ਸ਼ੂਟਿੰਗ ਆ ਐਲ ਪੈਸੋ ਦੇ ਵਿੱਚ ਹੋਈ ਆ। ਇੱਕ ਹੋਰ ਸ਼ੂਟਿੰਗ ਟੈਕਸਸ ਦੇ ਵਿੱਚ 1 ਵਜੇ ਐਤਵਾਰ ਨੂੰ, ਸ਼ਨੀਵਾਰ ਤੇ ਐਤਵਾਰ ਦੇ ਵਿਚਕਾਰਲੀ ਰਾਤ ਨੂੰ 19 ਸਾਲ ਦਾ ਇੱਕ ਵਿਅਕਤੀ ਮਾਰਿਆ ਗਿਆ ਜਿਹੜਾ, ਤੇ 5 ਜ਼ਖਮੀ ਹੋਏ ਆ ਇਹਦੇ ਵਿੱਚ। ਜਿਹੜੀ KTSM ਐਲ ਪੈਸੋ ਆ ਉਹਨਾਂ ਨੇ ਇਹਦੀ ਰਿਪੋਰਟ ਕੀਤੀ, ਇੱਕ ਹੋਰ ਵਿਅਕਤੀ ਜ਼ਖਮੀ ਹੋਇਆ। ਮਾਸ ਸ਼ੂਟਿੰਗ ਜਿਹੜੀ ਮੌਂਟਰੀ ਪਾਰਕ ਕੈਲੀਫੋਰਨੀਆ ਦੇ ਵਿੱਚ ਜਨਵਰੀ ਦੇ ਵਿੱਚ ਹੋਈ ਸੀ, ਤਾਂ ਇਹ ਸਾਲ ਦੀ ਸਭ ਤੋਂ ਕਹਿ ਲਓ ਖਤਰਨਾਕ ਮਾਸ ਸ਼ੂਟਿੰਗ ਸੀ, ਜਿਹਦੇ ਵਿੱਚ 11 ਲੋਕਾਂ ਦੀ ਮੌਤ ਹੋਈ ਸੀ ਤੇ 10 ਜਣੇ ਹੋਰ ਜ਼ਖਮੀ ਹੋ ਗਏ ਸੀ ਇੱਕ ਡਾਂਸ ਸਟੂਡੀਓ ਦੇ ਵਿੱਚ ਲਿਊਨਰ ਨਿਊ ਈਅਰ ਸੈਲੀਬ੍ਰੇਸ਼ਨ ਦੇ ਉੱਤੇ। ਗਨ ਵਾਇਲੈਂਸ ਆਰਕਾਈਵ ਦਾ ਡਾਟਾ ਇਹ ਵੀ ਦੱਸ ਰਿਹਾ ਆ ਕਿ ਮਾਸ ਸ਼ੂਟਿੰਗਸ ਕੇਸਿਸ ਹੈਗੇ ਆ ਜਿਹੜੇ ਜਿਹੜੀ ਉਹਨੂੰ ਮਾਸ ਸ਼ੂਟਿੰਗ ਉਹਨੂੰ ਕਹਿੰਦੇ ਜਿਹਦੇ 'ਚ 4 ਜਾਂ 4 ਤੋਂ ਵੱਧ ਜ਼ਖਮੀ ਹੋ ਜਾਣ ਜਾਂ ਮਾਰੇ ਜਾਣ ਕਿਸੇ ਸ਼ੂਟਿੰਗ ਦੇ ਵਿੱਚ। ਤੇ ਟੋਟਲ ਨੰਬਰ ਆਫ ਮਾਸ ਸ਼ੂਟਿੰਗਸ 2023 ਦੇ ਵਿੱਚ ਹੁਣ ਤੱਕ ਜਿਹੜੀਆਂ ਘੱਟ ਸੀਗੀਆਂ ਪਿਛਲੇ 3 ਸਾਲਾਂ ਦੇ ਵਿੱਚ, ਪਰ 2019 ਨਾਲੋਂ ਵੱਧ ਸੀ। ਤੇ ਜਿੱਥੇ 414 ਸ਼ੂਟਿੰਗ ਜਿਹੜੀਆਂ 18 ਦੇ ਵਿੱਚ ਹੋਈਆਂ ਸੀ, ਤੇ ਇਹ ਜਿਹੜੀਆਂ 19 ਦੇ ਵਿੱਚ 414 ਤੇ 18 ਦੇ ਵਿੱਚ 335 ਸ਼ੂਟਿੰਗਸ ਦੱਸੀਆਂ ਜਾ ਰਹੀਆਂ ਸੀ। 21 ਦੇ ਵਿੱਚ ਹਾਈਐਸਟ ਨੰਬਰ ਆਫ ਜਿਹੜੀਆਂ ਮਾਸ ਸ਼ੂਟਿੰਗਸ ਹੋਈਆਂ ਸੀ, 699 ਮਾਸ ਸ਼ੂਟਿੰਗ ਰਿਪੋਰਟ ਕੀਤੀਆਂ ਗਈਆਂ ਸੀ। ਗਨ ਵਾਇਲੈਂਸ ਆਰਕਾਈਵ ਦਾ ਡਾਟਾ ਇਹ ਦੱਸਦਾ ਆ। ਤੇ 2022 ਦੇ ਵਿੱਚ 645 FBI ਦਾ ਡਾਟਾ ਦੱਸਦਾ ਸੀਗਾ, ਹਾਲਾਂਕਿ ਇਹਨਾਂ ਦੇ ਵਿੱਚ ਵੀ ਥੋੜ੍ਹਾ ਬਹੁਤਾ ਫਰਕ ਆ। ਸੋ FBI ਜਿਹੜੀ ਮਾਸ ਸ਼ੂਟਿੰਗ ਆ ਉਹਨੂੰ ਡਿਫਾਈਨ ਕਰਦੀ ਹੈ ਜਿਹਦੇ ਵਿੱਚ ਇੱਕ ਜਾਂ ਇੱਕ ਤੋਂ ਹੋਰ ਇੰਡੀਵਿਜੂਅਲ ਜਿਹੜਾ ਐਕਟਿਵਲੀ ਇੰਗੇਜ ਹੋਵੇ, ਮਾਰਿਆ ਜਾਵੇ ਜਾਂ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ। ਸੋ ਇਹਨਾਂ ਦੀ ਪਰਿਭਾਸ਼ਾ ਦੇ ਵਿੱਚ ਵੀ ਕਿਤੇ ਨਾ ਕਿਤੇ ਫਰਕ ਆ, ਪਰ ਫਿਰ ਵੀ ਓਵਰਆਲ ਸਾਲ ਦੇ ਵਿੱਚ ਜਿਹੜੀ ਇਹਦੇ ਕਰਕੇ ਬਰਬਾਦੀ ਹੋ ਰਹੀ ਹੈ, ਜਿਹੜੀ ਤਬਾਹੀ ਹੋ ਰਹੀ ਹੈ, ਉਹ ਬਹੁਤ ਜ਼ਿਆਦਾ ਆ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਦੀ ਫ੍ਰੀਕੁਐਂਸੀ ਬਹੁਤ ਵੱਧ ਗਈ ਆ। ਮਤਲਬ ਅੱਗੇ ਕਦੇ ਕਦੇ ਹੁੰਦੀਆਂ ਸੀ, ਹੁਣ ਜਲਦੀ ਹੋ ਰਹੀਆਂ। ਜਿੱਦਾਂ ਪਹਿਲਾਂ ਦੱਸਿਆ, ਮਾਸ ਸ਼ੂਟਿੰਗ ਉਹਨੂੰ ਕਹਿੰਦੇ ਆ ਜਿਹਦੇ ਵਿੱਚ 4 ਜਣੇ ਜ਼ਖਮੀ ਹੋਣ ਜਾਂ ਮਾਰੇ ਜਾਣ ਜਾਂ ਉਸ ਤੋਂ ਜ਼ਿਆਦਾ ਹੋਣ। ਮੋਟਿਵਸ ਇਹਦੇ ਪਿੱਛੇ ਕੋਈ ਕਲੀਅਰ ਨਹੀਂ ਹੁੰਦੇ। ਕਈ ਫੈਕਟਰ ਨੇ, ਮੈਂਟਲ ਇਲਨੈਸ ਨੇ, ਕਿਤੇ ਡੋਮੈਸਟਿਕ ਇਸ਼ੂਜ਼ ਨੇ, ਕਿਤੇ ਆਈਡੀਓਲੋਜੀਕਲ ਐਕਸਟ੍ਰੀਮਿਜ਼ਮ ਆ, ਕੁਝ ਥਾਵਾਂ ਦੇ ਉੱਤੇ ਜਿਹੜੀਆਂ ਪਰਸਨਲ ਗ੍ਰੀਵੈਂਸਿਸ ਨੇ ਉਹਦੇ ਕਰਕੇ ਵੀ ਲੋਕ ਮਾਸ ਸ਼ੂਟਿੰਗ ਕਰ ਰਹੇ ਆ। ਦੂਜੀ, ਹਥਿਆਰਾਂ ਦੀ ਐਕਸੈਸ ਬਹੁਤ ਹੈ। ਤੁਹਾਨੂੰ ਪਤਾ ਦੁਨੀਆ 'ਚ ਸਭ ਤੋਂ ਜ਼ਿਆਦਾ ਹਥਿਆਰ ਅਮਰੀਕਾ ਦੇ ਵਿੱਚ, ਉਹ ਵੀ ਇੱਕ ਕਾਰਨ ਬਣਦਾ। ਇੰਪੈਕਟ ਬਹੁਤ ਮਾੜਾ ਪੈ ਰਿਹਾ ਸੋਸਾਇਟੀ ਦੇ ਵਿੱਚ, ਅਮਰੀਕਨ ਸੋਸਾਇਟੀ ਦੇ ਵਿੱਚ ਡਰ ਆ ਇਸ ਵੇਲੇ, ਟਰਾਮਾ ਆ। ਉੱਥੇ ਇੱਕ ਜਿਹੜੀ ਅਸੁਰੱਖਿਆ ਦੀ ਭਾਵਨਾ ਆ ਪਬਲਿਕ ਦੇ ਵਿੱਚ। ਇਸੇ ਤਰ੍ਹਾਂ ਹੀ ਜਿਹੜੀ ਮੀਡੀਆ ਕਵਰੇਜ ਵੀ ਉਸੇ ਤਰੀਕੇ ਨਾਲ ਕੀਤੀ ਜਾਂਦੀ ਆ। ਡਾਟਾਬੇਸ ਹੁਣ ਇਹਦਾ ਰੱਖਿਆ ਜਾ ਰਿਹਾ ਆ, ਇਹਨੂੰ ਪ੍ਰੀਵੈਂਟ ਕੀਤਾ ਜਾ ਰਿਹਾ, ਐਫਰਟ ਕੀਤੇ ਜਾ ਰਹੇ ਆ। ਜਿਹੜੀ ਮਤਲਬ ਮਲਟੀ ਲੇਅਰਡ ਅਪਰੋਚ ਅਪਣਾਈ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਹੱਲ ਕੀਤਾ ਜਾਵੇ, ਪਰ ਸਮੱਸਿਆ ਹਜੇ ਤੱਕ ਹੱਲ ਨਹੀਂ ਹੁੰਦੀ। ਜਦੋਂ ਇਹਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹਦਾ ਕੰਪੈਰੀਜ਼ਨ ਕਰਕੇ ਦੇਖਦੇ, ਮਾਸ ਸ਼ੂਟਿੰਗ ਜਿਹੜੀਆਂ ਦੂਜੀਆਂ ਡਿਵੈਲਪਡ ਕੰਟਰੀਜ਼ ਦੇ ਵਿੱਚ ਆ ਤਾਂ ਉਹਦੇ ਨਾਲੋਂ ਕਿਤੇ ਜ਼ਿਆਦਾ ਆ। ਹੁਣ ਇਹ ਡਿਸਕਸ਼ਨ ਵੀ ਚੱਲ ਰਹੀ ਆ ਕਿ ਪੋਲਿਸੀ ਅਪਰੋਚ ਕੀ ਹੋਣੀ ਚਾਹੀਦੀ ਜਾਂ ਕਲਚਰਲ ਫੈਕਟਰਸ ਕਿਹੜੇ ਆ ਜਿਹੜੇ ਇਸ ਚੀਜ਼ ਨੂੰ ਕੰਟਰੀਬਿਊਟ ਕਰ ਰਹੇ ਆ। ਸੋ ਆਪਣੇ ਆਪ ਦੇ ਵਿੱਚ ਇੱਕ ਇਹ ਬਹੁਤ ਮੰਦਭਾਗੀ ਖਬਰ ਕਿ ਮਾਸ ਸ਼ੂਟਿੰਗ ਦੇ ਵਿੱਚ ਵਾਧਾ ਲਗਾਤਾਰ ਜਾਰੀ ਹੈ। ਅਗਲੀ ਗੱਲ ਹੈ ਦੋਸਤੋ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਬਾਰੇ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਇਸ ਵੇਲੇ GOP ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਦੇ ਲਈ ਰਨ ਕਰ ਰਹੇ ਆ, ਤੇ ਸਟੇਟ ਅਬੋਰਸ਼ਨ ਲਾ ਜਿਹੜਾ ਸਾਈਨ ਕੀਤਾ ਗਿਆ ਸੀ ਫਲੋਰੀਡਾ ਦੇ ਵਿੱਚ ਗਵਰਨਰ ਰੌਨ ਡਿਸੈਂਟਿਸ ਦਾ, ਜਿਹਦੇ ਵਿੱਚ ਕਿ 6 ਹਫ਼ਤੇ ਤੋਂ ਬਾਅਦ ਅਬੋਰਸ਼ਨ ਨੂੰ ਬੈਨ ਕਰ ਦਿੱਤਾ ਗਿਆ ਸੀ, ਡੋਨਲਡ ਟਰੰਪ ਨੇ ਉਹਨੂੰ ਬਹੁਤ ਜ਼ਿਆਦਾ ਟੈਰੀਬਲ ਦੱਸਿਆ। ਇਹ ਬਹੁਤ ਜ਼ਿਆਦਾ ਖਤਰਨਾਕ ਸੀ, ਮਾੜਾ ਸੀ। ਹੁਣ ਕਿਉਂਕਿ ਹੈ ਤੇ ਉਹ ਵੀ ਰਿਪਬਲਿਕਨ ਅਬੋਰਸ਼ਨ ਦੇ, ਉਹ ਵੀ ਵਿਰੋਧ ਦੇ ਵਿੱਚ ਨੇ, ਰੌਨ ਡਿਸੈਂਟਿਸ ਵੀ ਵਿਰੋਧ 'ਚ ਆ ਤੇ ਡੋਨਲਡ ਟਰੰਪ ਵੀ ਵਿਰੋਧ ਦੇ ਵਿੱਚ ਆ, ਪਰ ਉਹਨਾਂ ਨੇ ਉਸ ਮਾਮਲੇ ਦੇ ਉੱਤੇ ਇੱਕ ਦੂਜੇ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਅਪ੍ਰੈਲ ਦੇ ਵਿੱਚ ਰੌਨ ਡਿਸੈਂਟਿਸ ਫਲੋਰੀਡਾ ਦੇ ਗਵਰਨਰ, ਜਿਹੜੇ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਸ਼ਾਮਲ ਨੇ, ਉਹਨਾਂ ਨੇ ਇੱਕ ਕੰਟਰੋਵਰਸ਼ੀਅਲ ਲਾ ਸਾਈਨ ਕੀਤਾ ਸੀ ਜਿਹੜਾ ਫਲੋਰੀਡਾ ਦੀ ਸੁਪਰੀਮ ਕੋਰਟ ਨੇ ਅਪਹੋਲਡ ਕਰ ਲਿਆ ਸੀ। 15 ਹਫ਼ਤੇ ਦਾ ਬੈਨ ਅਬੋਰਸ਼ਨ ਦੇ ਉੱਤੇ, ਤੇ ਉਹਨੂੰ ਲਾਸਟ ਸਪਰਿੰਗ ਦੇ ਵਿੱਚ ਸਾਈਨ ਕਰ ਦਿੱਤਾ ਸੀ। ਇਸ ਮਹੀਨੇ ਦੇ ਵਿੱਚ ਹੀਅਰਿੰਗ ਹੋਈ ਸੀ, ਫਲੋਰੀਡਾ ਦੇ ਜਸਟਿਸ ਅਪੀਅਰ ਹੋਏ ਸੀ ਓਪਨ ਇਹਦੀ ਬੈਨ ਨੂੰ ਲਿਮਿਟ ਕਰਨ ਦੇ ਵਿੱਚ। ਡੋਨਲਡ ਟਰੰਪ ਨੇ ਇੱਕ ਇੰਟਰਵਿਊ ਵਿੱਚ ਇਹ ਕਿਹਾ, ਸੰਡੇ ਨੂੰ ਇਹ NBC ਦੇ ਉੱਤੇ ਏਅਰ ਹੋਈ ਆ ਮੀਟ ਦਾ ਪ੍ਰੈਸ, ਉਹਦੇ ਵਿੱਚ ਉਹਨਾਂ ਨੇ ਰੌਨ ਡਿਸੈਂਟਿਸ ਨੂੰ ਕ੍ਰਿਟੀਸਾਈਜ਼ ਕੀਤਾ। ਉਹ ਕਹਿੰਦੇ ਜਿਹੜਾ ਇਸ ਮਾਮਲੇ ਦੇ ਵਿੱਚ ਕਿ ਉਹ ਇਸ ਗੱਲ ਲਈ ਸਹਿਮਤ ਸੀਗੇ ਕਿ ਉਹ 5 ਹਫ਼ਤੇ ਜਾਂ 6 ਹਫ਼ਤੇ ਦਾ ਬੈਨ ਨੂੰ ਸਾਈਨ ਕਰਨ ਦੇ ਲਈ ਤਿਆਰ ਸੀ। ਉਹ ਕਹਿੰਦੇ ਇਹ ਮਤਲਬ ਬਹੁਤ ਖਤਰਨਾਕ ਚੀਜ਼ ਆ ਜਿਹੜੀ ਉਹਨਾਂ ਨੇ, ਇੱਕ ਬਹੁਤ ਵੱਡੀ ਟੈਰੀਬਲ ਮਿਸਟੇਕ ਉਹਨਾਂ ਨੇ ਸ਼ਬਦ ਇਸ ਚੀਜ਼ ਦੇ ਲਈ ਖਾਸ ਤੌਰ ਦੇ ਉੱਤੇ ਵਰਤਿਆ। ਤੇ ਤੁਹਾਨੂੰ ਇਹ ਵੀ ਪਤਾ ਆ, ਇਹ ਡੋਨਲਡ ਟਰੰਪ ਨੇ ਜੱਜ ਅਪਾਇੰਟ ਕੀਤੇ ਸੀ ਸੁਪਰੀਮ ਕੋਰਟ ਦੇ, ਜਿਨ੍ਹਾਂ ਨੇ ਓਵਰਟਰਨ ਨੂੰ ਅਪਹੈਲਡ ਕੀਤਾ ਸੀ ਰੋ ਵਰਸਸ ਵੇਡ ਵਾਲਾ ਮਾਮਲਾ, ਜਿਹੜਾ ਬਹੁਤ ਚਰਚਾ ਦੇ ਵਿੱਚ ਆਇਆ ਸੀ। ਇੱਕ ਲੈਂਡਮਾਰਕ ਰੂਲਿੰਗ ਅਮਰੀਕਾ ਦੇ ਇਤਿਹਾਸ ਦੇ ਵਿੱਚ ਅਬੋਰਸ਼ਨ ਐਕਸੈਸ ਦੇ ਸੰਬੰਧੀ ਜਿਹੜਾ
फैसला सी कि कित्थे अबॉर्शन करवाया जा सकता ਜਾਂ कित्थे नहीं किया जा सकता। ਜਿਹੜਾ ਰੌਨ ਸੈਂਟਸ ਦਾ 6 ਵੀਕ ਬੈਨ ਸੀ, ਜਿਹਦੇ ਵਿੱਚ ਐਕਸੈਪਸ਼ਨ ਸੀਗੀਆਂ ਰੇਪ, ਇਨਸੈਕਟ ਜਾਂ ਮੈਡੀਕਲ ਜਿਹੜੀ ਐਮਰਜੈਂਸੀਜ਼ ਆ ਉਹਦੇ ਲਈ, ਤੇ ਜਾਂ ਕੋਈ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਨੋਰਮੈਲਿਟੀਜ਼ ਹੋਣ ਕਿ ਉਹ ਬਚ ਹੀ ਨਾ ਸਕਦਾ ਹੋਵੇ, ਉਸ ਮਾਮਲੇ ਦੇ ਵਿੱਚ ਜਿਹੜੀ ਇਹ ਗੱਲਬਾਤ ਆ ਹੁਣ ਚੱਲ ਰਹੀ ਆ। ਜਦੋਂ ਉਹਨਾਂ ਨੂੰ ਡੋਨਲਡ ਟਰੰਪ ਨੂੰ ਕੁਐਸਚਨ ਪੁੱਛਿਆ ਗਿਆ, ਜਿਹੜਾ ਮੀਟ ਦਾ ਪ੍ਰੈਸ ਇਹ ਸੀਗਾ, ਕ੍ਰਿਸਟਨ ਵੈਲਕਰ ਨੇ ਕੁਐਸਚਨ ਪੁੱਛਿਆ ਕਿ ਕੀ ਉਹ ਫੈਡਰਲ ਜਿਹੜਾ ਲੈਜਿਸਲੇਸ਼ਨ ਆ ਇਹਦੇ ਲਈ ਸਾਈਨ ਕਰਨਗੇ ਜਿਹਦੇ ਨਾਲ ਅਬੋਰਸ਼ਨ 15 ਹਫ਼ਤੇ ਦੇ ਲਈ ਬੈਨ ਹੋਊਗਾ, ਤੇ ਜਿਹੜੇ ਐਂਟੀ ਅਬੋਰਸ਼ਨ ਗਰੁੱਪਸ ਆ ਤਾਂ ਜਾਂ ਲਾਅ ਮੇਕਰਸ ਆ ਉਹਨੂੰ ਕਿਸ ਤਰੀਕੇ ਨਾਲ ਕਰਨਗੇ। ਤੇ ਟਰੰਪ ਨੇ ਕਿਹਾ ਕਿ ਨਹੀਂ, ਉਹ ਜਿਹੜੇ ਨੈਗੋਸ਼ੀਏਟ ਕਰਨਗੇ ਡੈਮੋਕ੍ਰੇਟਸ ਦੇ ਨਾਲ ਇਸ ਇਸ਼ੂ ਦੇ ਉੱਤੇ। ਸੋ ਇਸ ਵੇਲੇ ਅਮਰੀਕਾ ਦੇ ਵਿੱਚ 4-5 ਵੱਡੇ ਮਸਲੇ ਨੇ ਜਿਹੜੇ ਕਿ ਸਦਾ ਹੀ ਰਹਿੰਦੇ ਆ, ਜਿਨ੍ਹਾਂ ਦੇ ਵਿੱਚ ਅਬੋਰਸ਼ਨ ਬੈਨ ਇੱਕ ਮਸਲਾ ਆ। ਪ੍ਰੋ ਲਾਈਫ ਤੇ ਜਿਹੜੇ ਇਹ ਦੋ ਗਰੁੱਪ ਨੇ ਉਹ ਇਸ ਮਾਮਲੇ ਦੇ ਵਿੱਚ ਮਤਲਬ ਹੈਗੇ ਨੇ। ਕੁਛ ਕਹਿੰਦੇ ਸਾਡੀ ਬੋਡੀ ਦੇ ਉੱਤੇ ਸਾਡਾ ਅਧਿਕਾਰ ਆ, ਸਰਕਾਰ ਨੂੰ ਇਹਦੇ 'ਚ ਦਖਲ ਨਹੀਂ ਦੇਣਾ ਚਾਹੀਦਾ, ਕੋਈ ਔਰਤ ਜਦੋਂ ਜੀ ਚਾਹੇ ਅਬੋਰਸ਼ਨ ਕਰਵਾ ਸਕਦੀ ਆ। ਦੂਜੀ ਧਿਰ ਇਹ ਕਹਿੰਦੀ ਆ ਕਿ ਨਹੀਂ, ਜਦੋਂ ਬੱਚੇ ਦੀ ਦਿਲ ਦੀ ਧੜਕਣ ਆ ਜਾਵੇ ਤੇ ਉਹ ਉਹਦੇ ਵਿੱਚ ਅਲਟਰਾਸਾਊਂਡ ਦੇ ਵਿੱਚ ਨਜ਼ਰ ਆਉਣ ਲੱਗ ਜਾਵੇ, ਫਿਰ ਇਹਨੂੰ ਕਤਲ ਦੇ ਬਰਾਬਰ ਮੰਨਿਆ ਜਾਊਗਾ, ਇਹਨੂੰ ਅਬੋਰਸ਼ਨ ਨਹੀਂ ਕੀਤਾ ਜਾਣਾ ਚਾਹੀਦਾ। ਹੁਣ ਇਸ ਮਾਮਲੇ ਉੱਤੇ ਰਿਪਬਲਿਕਨ ਇੱਕ ਦੂਜੇ ਦੇ ਉੱਤੇ ਵੀ ਜਿਹੜੇ ਅਸਹਿਮਤ ਹੋ ਰਹੇ ਨੇ। ਅਗਲੀ ਗੱਲਬਾਤ ਦੋਸਤੋ ਜਿਹੜੀ ਉਹ ਇਲੈਕਟ੍ਰਿਕ ਵਹੀਕਲਸ ਦੇ ਬਾਰੇ ਆ। ਜਦੋਂ ਇਲੈਕਟ੍ਰਿਕ ਵਹੀਕਲਸ ਆਏ ਆ ਤੇ ਇਸ ਪਾਸੇ ਨੂੰ ਲੋਕਾਂ ਦਾ ਰੁਝਾਨ ਬਹੁਤ ਗਿਆ, ਤੇ ਲੱਗਦਾ ਇਦਾਂ ਆ ਕਿ ਇਹ ਰੁਝਾਨ ਜਾਂਦਾ ਜਾਂਦਾ ਇੱਕ ਵਾਰੀ ਗੈਸ ਵਾਲੀਆਂ ਕਾਰਾਂ ਨੂੰ ਬੰਦ ਕਰ ਦਊਗਾ। ਗੈਸ ਵਾਲੀਆਂ ਕਾਰਾਂ ਹੌਲੀ ਹੌਲੀ ਬੰਦ ਹੋ ਜਾਣਗੀਆਂ ਤੇ ਇਲੈਕਟ੍ਰਿਕ ਵਹੀਕਲ ਹੀ ਜਿਹੜੇ ਮਾਰਕੀਟ ਦੇ ਵਿੱਚ ਰਹਿ ਜਾਣਗੇ। ਕੁਦਰਤੀ ਇੱਕ ਦਿਨ ਹੋਣਾ ਵੀ ਇਹੀ ਆ, ਤੇ ਸਰਕਾਰਾਂ ਤੇ ਜਿਹੜੇ ਕਾਰਾਂ ਬਣਾਉਣ ਵਾਲੇ ਆ ਜਾਂ ਵਾਤਾਵਰਨ ਪ੍ਰੇਮੀ ਨੇ ਉਹ ਸਾਰੇ ਚਾਹੁੰਦੇ ਵੀ ਇਹੀ ਆ। ਪਰ ਜਦੋਂ ਅਸੀਂ ਦੇਖਦੇ ਹਾਂ ਲੋਕਾਂ ਦਾ ਟ੍ਰੈਂਡ ਬਦਲ ਰਿਹਾ, ਮਤਲਬ ਜਿਹੜਾ ਇੱਕ ਟਿਪਿੰਗ ਪੁਆਇੰਟ ਆ ਉੱਥੇ ਤੱਕ ਇਲੈਕਟ੍ਰਿਕ ਵਹੀਕਲ ਪਹੁੰਚ ਗਿਆ। ਕਹਿ ਲਓ ਇੱਕ ਵਾਰੀ 5 ਤੋਂ 10% ਦੇ ਵਿੱਚ ਨਵੀਂ ਕਾਰਾਂ ਦੀ ਜਿਹੜੀ ਸੇਲ ਆ ਉਹ ਆਲ ਇਲੈਕਟ੍ਰਿਕ ਸੀ। 100 ਦੇ ਵਿੱਚੋਂ 5 ਜਾਂ 10 ਕਾਰਾਂ ਜਿਹੜੀਆਂ ਉਹ ਵਿਕ ਰਹੀਆਂ ਸੀ ਜਿਹੜੀਆਂ ਸਾਰੀਆਂ ਇਲੈਕਟ੍ਰਿਕ ਹੈਗੀਆਂ। ਰਿਸਰਚਰਸ ਇਹ ਕਹਿੰਦੇ ਆ ਕਿ ਜਿਹੜੇ ਰਿਸਰਚਰਸ ਨੇ ਇਹ ਕਿਹਾ ਸੀ ਕਿ ਹੁਣ ਇਹ ਤੋਂ ਬਾਅਦ ਡਰਾਈਵਰ ਫੋਲੋ ਕਰਨਗੇ ਨਾ 5-10% ਨੂੰ, ਤੇ ਗਿਣਤੀ ਵੱਧਦੀ ਜਾਊਗੀ। ਪ੍ਰੈਡਿਕਸ਼ਨ ਇਹ ਸੀ, ਉਹਨਾਂ ਦਾ ਅੰਦਾਜ਼ਾ ਇਹ ਸੀ ਕਿ ਹੌਲੀ ਹੌਲੀ ਇਹ 10% ਤੋਂ 25% ਹੋ ਜਾਣਗੀਆਂ, 75 ਗੈਸ ਵਾਲੀਆਂ ਰਹਿ ਜਾਣਗੀਆਂ, ਫਿਰ 50 ਅੱਧੋ ਵੱਧ ਹੋ ਜਾਣਗੀਆਂ, ਤੇ ਮੁੜ ਕੇ 80% ਤੱਕ ਜਿਹੜੀ ਨਵੀਂ ਸੇਲ ਆ ਉਹ ਇਲੈਕਟ੍ਰਿਕ ਵਹੀਕਲ ਦੀ ਹੋਣੀ ਆ। ਗੈਸ ਵਾਲੀਆਂ ਕਾਰਾਂ ਲੋਕਾਂ ਨੇ ਲੈਣੀਆਂ ਬੰਦ ਕਰ ਦੇਣੀਆਂ। ਪਰ ਇੱਦਾਂ ਨਹੀਂ ਹੋਇਆ। ਜਾਂ ਕਹਿ ਲਓ ਲੋਕ ਇੱਕ ਥਾਂ ਤੋਂ ਜਾ ਕੇ ਪਿੱਛੇ ਮੁੜਨੇ ਸ਼ੁਰੂ ਹੋ ਗਏ। ਪਿਛਲੇ ਸਾਲ ਅਮਰੀਕਾ ਦੇ ਵਿੱਚ ਅਮਰੀਕਾ ਨੇ ਕਹਿ ਲਓ ਕਿ ਜਿਹੜਾ 5% ਨਵੀਆਂ ਕਾਰਾਂ ਵੇਚੀਆਂ ਗਈਆਂ ਚੌਥੇ ਕੁਆਰਟਰ ਦੇ ਵਿੱਚ ਉਹ ਫੁੱਲੀ ਇਲੈਕਟ੍ਰਿਕ ਸੀਗੀਆਂ। ਜਿਹੜੀ 95 ਕਾਰਾਂ ਹਜੇ ਵੀ ਨਵੀਆਂ ਗੈਸ ਵਾਲੀਆਂ ਵਿਕੀਆਂ। ਇਸ ਸਾਲ ਦੇ ਸ਼ੁਰੂ ਦੇ ਵਿੱਚ ਆਲ ਇਲੈਕਟ੍ਰਿਕ ਵਹੀਕਲ ਆ ਜਿਹੜੇ ਉਹਨਾਂ ਨੇ 7% ਨਵੀਂ ਕਾਰਾਂ ਦੀ ਸੇਲ ਕੀਤੀ ਹੈ। 100 ਦੇ ਵਿੱਚੋਂ 7 ਕਾਰਾਂ ਇਲੈਕਟ੍ਰਿਕ ਵਿਕੀਆਂ, 93 ਜਿਹੜੀਆਂ ਸੀ ਉਹ ਗੈਸ ਵਾਲੀਆਂ। ਭਾਵੇਂ ਕਿ ਹੁਣ ਇਲੈਕਟ੍ਰਿਕ ਵਹੀਕਲ ਮਾਰਕੀਟ ਲੱਗਦਾ ਹੈ ਕਿ ਅੱਜ ਦੇ ਉੱਤੇ ਪਹੁੰਚੀ ਆ, ਅਮਰੀਕਨ ਪਬਲਿਕ ਹਜੇ ਵੀ ਰੁਕ ਰਹੀ ਆ ਕਿਸੇ ਨਾ ਕਿਸੇ ਤਰ੍ਹਾਂ, ਚਾਹੇ ਚਾਰਜਿੰਗ ਇਨਫਰਾਸਟ੍ਰਕਚਰ ਨੂੰ ਲੈ ਕੇ ਜਾਂ ਇਹਨਾਂ ਦੀ ਬੈਟਰੀ ਦੀ ਲਾਈਫ ਨੂੰ ਲੈ ਕੇ ਵੀ। ਇਹ 400-450 ਕਿਲੋਮੀਟਰ ਤੋਂ ਬਾਅਦ ਜਾਂਦੀ ਨਹੀਂ। ਜਿਹੜੀ ਵਾਸ਼ਿੰਗਟਨ ਪੋਸਟ ਯੂਨੀਵਰਸਿਟੀ ਆਫ ਮੈਰੀਲੈਂਡ ਨੇ ਇੱਕ ਪੋਲ ਕੀਤੀ ਆ, ਉਹਦੇ ਵਿੱਚ ਇਹ ਦੱਸਿਆ ਆ ਕਿ ਜਿਹੜੇ ਲੋਕ ਇੱਧਰਲੇ ਪਾਸੇ ਨੂੰ ਜ਼ਿਆਦਾ ਜਾਣਾ ਚਾਹੁੰਦੇ ਸੀ, ਅੱਧੋ ਅੱਧ ਨੇ ਲੋਕ ਇਸ ਵੇਲੇ। 46% ਕਹਿੰਦੇ ਆ ਵੀ ਉਹ ਗੈਸ ਵਾਲੀ ਕਾਰ ਹੀ ਕਹਿੰਦੇ ਠੀਕ ਆ ਸਾਨੂੰ, ਜਾਂ ਜਿਹੜਾ ਟਰੱਕ ਆ ਅਸੀਂ ਗੈਸ ਵਾਲਾ ਜਿਹੜਾ ਲਵਾਂਗੇ, ਇਹ ਇਲੈਕਟ੍ਰਿਕ ਸਾਡੇ ਵੱਸ ਦਾ ਨਹੀਂ ਹੈ, ਸਾਨੂੰ ਨਹੀਂ ਚੰਗਾ ਲੱਗਦਾ। 19% ਜਿਹੜੇ ਆ ਫੁੱਲ ਇਲੈਕਟ੍ਰਿਕ ਚਾਹੁੰਦੇ ਆ, ਤੇ 13% ਜਿਹੜੇ ਆ ਉਹ ਪਲੱਗ ਇਨ ਹਾਈਬ੍ਰਿਡ ਚਾਹੁੰਦੇ ਆ, ਤੇ 22% ਟ੍ਰੈਡੀਸ਼ਨਲ ਹਾਈਬ੍ਰਿਡ ਵਹੀਕਲ ਹੀ ਚਾਹੁੰਦੇ ਜਿੱਦਾਂ ਪਹਿਲਾਂ ਹੁੰਦੀਆਂ ਸੀ ਉਸੇ ਤਰ੍ਹਾਂ ਦੀ ਨਵੀਂ ਟੈਕਨੋਲੋਜੀ। ਕਿਉਂਕਿ ਜਦੋਂ ਵੀ ਨਵੀਂ ਟੈਕਨੋਲੋਜੀ ਆਉਂਦੀ ਹੈ, ਚਾਹੇ ਇਲੈਕਟ੍ਰਿਕ ਕਾਰਾਂ ਕੁਛ ਵੀ ਆਇਆ, ਇਹਦੀ ਐਸ ਸ਼ੇਪਡ ਕਰਵ ਹੁੰਦੀ ਹੈ ਕਿ ਪਹਿਲਾਂ ਥੋੜੇ ਲੋਕ ਹੁੰਦੇ ਆ, ਫਿਰ ਥੱਲੇ ਨੂੰ ਜਾਂਦੇ ਆ, ਫਿਰ ਇੱਕਦਮ ਉੱਤੇ ਨੂੰ ਆਉਂਦੇ ਆ। ਤੇ ਮਾਈਕ੍ਰੋਵੇਵ ਆਏ ਸੀ, ਸਮਾਰਟਫੋਨ ਆਏ ਸੀ, ਜਾਂ ਜਿਹੜੀਆਂ ਗੈਸ ਵਾਲੀਆਂ ਕਾਰਾਂ ਵੀ ਕਦੇ ਆਈਆਂ ਸੀ। ਪਹਿਲਾਂ ਜਦੋਂ ਨਵੀਂ ਟੈਕਨੋਲੋਜੀ ਆਉਂਦੀ ਆ, ਥੋੜ੍ਹੇ ਜਿਹੇ ਲੋਕਾਂ ਤੱਕ ਪਹੁੰਚਦੀ ਆ। ਅਡੋਪਟਰਸ ਜਿਹੜੇ ਆ, ਨਵੇਂ ਅਡੋਪਟਰਸ ਹੁੰਦੇ ਆ, ਜਾਂ ਜਿਹੜੇ ਕੁਛ ਜਿਨ੍ਹਾਂ ਨੂੰ ਟੈਕ ਗੀਕਸ ਕਹਿ ਲਓ, ਉਹਨਾਂ ਤੱਕ ਪਹੁੰਚਦੀ ਆ। ਫਿਰ ਇੰਜੀਨੀਅਰ ਇਹਦੇ ਜਿਹੜੇ ਆ ਬਗ ਫਿਕਸ ਕਰਦੇ ਆ, ਜਿਹੜੀਆਂ ਘਾਟਾਂ ਹੁੰਦੀਆਂ ਉਹਨਾਂ ਨੂੰ ਪੂਰੀਆਂ ਕਰਦੇ ਆ। ਸੁਸਾਇਟੀ ਫਿਰ ਇੱਕ ਇੰਫਰਾਸਟਰਕਚਰ ਬਿਲਡ ਕਰਦੀ ਆ ਨਵੀਂ ਟੈਕਨੋਲੋਜੀ ਦੇ ਲਈ, ਤੇ ਇੱਕਦਮ ਫਿਰ ਇਹਨਾਂ ਦੀ ਜਿਹੜੀ ਅਡੋਪਸ਼ਨ ਆ ਸਕਾਈ ਰੌਕਟ ਹੋ ਜਾਂਦੀ ਹੈ, ਉੱਤੇ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ। ਲਗਾਤਾਰ ਮਤਲਬ ਵਾਧਾ ਹੋ ਜਾਂਦਾ। 5 ਤੋਂ 10% ਜਿਹੜੀ ਪਾਪੂਲੇਸ਼ਨ ਤੋਂ ਵੱਧ ਕੇ ਸਿੱਧੀਆਂ 80% ਤੱਕ ਪਹੁੰਚ ਜਾਂਦੀਆਂ ਜਦੋਂ ਤੱਕ ਇਹ ਰੁਕਦੀਆਂ ਆ। ਕੁਝ ਦੇਸ਼ਾਂ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਦੇ ਮਾਮਲੇ ਦੇ ਵਿੱਚ ਇਸੇ ਤਰ੍ਹਾਂ ਹੋਇਆ। ਭਾਵੇਂ ਅਮਰੀਕਾ ਦੇ ਵਿੱਚ ਵੱਖਰਾ ਆ, ਪਰ ਨਾਰਵੇ ਨੂੰ ਦੇਖੋ, ਨਾਰਵੇ ਦੇ ਵਿੱਚ ਜਿਹੜੇ ਫੁੱਲ ਇਲੈਕਟ੍ਰਿਕ ਵਹੀਕਲਸ ਨੇ ਉਹ 5% ਸੀਗੇ 2013 ਦੇ ਵਿੱਚ, 18 ਦੇ ਵਿੱਚ 30% ਹੋ ਗਏ, ਤੇ ਅੱਜ ਉੱਥੇ 80% ਕਾਰਾਂ ਇਲੈਕਟ੍ਰਿਕ ਨੇ ਨਾਰਵੇ ਦੇ ਵਿੱਚ।
ਇਹਦਾ ਮਤਲਬ ਆ ਕਿ ਇਹ ਬਾਕੀ ਥਾਵਾਂ ਦੇ ਉੱਤੇ ਵੀ ਇਹਦਾ ਟਿਪਿੰਗ ਪੁਆਇੰਟ ਹੈ ਕਿੱਥੇ ਆ। ਕੈਲੀਫੋਰਨੀਆ ਦੇ ਵਿੱਚ ਸਿਮਿਲਰ ਟ੍ਰੈਂਡ ਆ ਰਿਹਾ। 7% ਜਿਹੜੀਆਂ ਸਟੇਟ ਦੀਆਂ ਨਵੀਆਂ ਕਾਰਾਂ ਨੇ ਇਲੈਕਟ੍ਰਿਕ ਨੇ ਉਹ 2019 ਦੇ ਵਿੱਚ, ਤੇ ਪਹਿਲੇ ਅੱਧ ਦੇ ਵਿੱਚ ਇਹ 25% ਦੇ ਨੇੜੇ ਤੇੜੇ ਦੱਸੀਆਂ ਜਾ ਰਹੀਆਂ ਸਾਲ ਦੇ। ਕੁਝ ਕੰਟਰੀਜ਼ ਜਾਂ ਕੁਝ ਜਿਹੜੇ ਰੀਜਨਸ ਨੇ ਉਹ 5% ਦੇ ਉੱਤੇ ਪਹੁੰਚ ਗਏ ਆ, ਤੇ ਕੁਝ ਜਿਹੜੇ ਆ ਜ਼ਿਆਦਾ ਸਮਾਂ ਲੈ ਰਹੇ ਆ ਇਸ ਚੀਜ਼ ਨੂੰ। ਪੈਟਰਨ ਅਮਰੀਕਾ ਦੇ ਵਿੱਚ ਰੈਪਿਡ ਗਰੋਥ ਅਗਲੇ ਕੁਝ ਸਾਲਾਂ ਦੇ ਵਿੱਚ ਹੋਊਗੀ। ਆਟੋਮੇਕਰਸ ਜਿਹੜੇ ਆ ਉਹ ਟ੍ਰਾਂਜੀਸ਼ਨ ਦੇ ਵਿੱਚ ਨੇ ਇਸ ਵੇਲੇ। 2023 ਦੇ ਸ਼ੁਰੂ ਦੇ ਵਿੱਚ US ਬੇਸਡ ਕਾਰ ਕੰਪਨੀਆਂ ਜਿਨ੍ਹਾਂ ਨੇ 177 ਬਿਲੀਅਨ ਸਪੈਂਡ ਕਰਨ ਦੀ ਗੱਲਬਾਤ ਕੀਤੀ ਸੀ ਕਾਰ ਜਿਹੜੇ ਇਲੈਕਟ੍ਰਿਕ ਵਹੀਕਲਸ ਦੇ ਉੱਤੇ, ਚਾਹੇ ਫੋਕਸਵੈਗਨ ਸੀ, ਫੋਰਡ, BMW, ਜਨਰਲ ਮੋਟਰਸ ਤੇ ਬਹੁਤ ਹੋਰ ਸਾਰੀਆਂ ਜਿਹੜੀਆਂ ਕਾਰੀਆਂ ਕੰਪਨੀਆਂ ਸੀਗੀਆਂ ਉਹਨਾਂ ਨੇ ਇਲੈਕਟ੍ਰਿਕ ਕਾਰਾਂ ਬਣਾਈਆਂ, ਤੇ 40 ਆਲ ਇਲੈਕਟ੍ਰਿਕ ਮਾਡਲਸ ਇਸ ਵੇਲੇ ਯੂਨਾਈਟਿਡ ਸਟੇਟਸ ਦੇ ਵਿੱਚ ਅਵੇਲੇਬਲ ਨੇ। ਦੇਖੋ ਇਹਦਾ ਟ੍ਰੈਂਡ ਕਿਸ ਤਰੀਕੇ ਨਾਲ ਜਾਂਦਾ, ਕਦੋਂ ਲੋਕ ਇੱਧਰਲੇ ਪਾਸੇ ਨੂੰ ਪੂਰੀ ਸ਼ਿਫਟ ਕਰਦੇ ਆ ਗੈਸ ਵਾਲੀਆਂ ਕਾਰਾਂ ਤੋਂ ਇਲੈਕਟ੍ਰਿਕ ਵਹੀਕਲਸ ਵੱਲ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।